ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾਰ ਦੇ ਰੰਗ ਵੇਖੋ ਕਿੱਥੇ ਪੰਜਾਬ, ਫਿਰ ਪੰਜਾਬ ਦਾ ਕੇਂਦਰ ਰਾਮਦਾਸਪੁਰਾ, ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਸਾਰਾ ਸੰਸਾਰ ਜਾਣਦਾ ਹੈ। ਇਸ ਸ੍ਰੀ ਅੰਮ੍ਰਿਤਸਰ ਜੀ ਦੇ ਪਹਾੜ ਦੀ ਬਾਹੀ ਵੱਲ ਇੱਕ ਪਿੰਡ ਹੈ ਕੁੱਕੇ ਵਾਲੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਵਨ ਪਵਿੱਤਰ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ। ਇਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਧਰਤੀ ਨੂੰ ਉਤਾਰ ਚੁੱਕੇ ਸਨ। ਇਸ ਸਥਾਨ ਨੂੰ ਹੁਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੌਵੇਂ ਸਤਿਗੁਰੂ ਜੀ ਇੱਥੇ ਬਰਾੜ ਰਹੇ ਸਨ। ਫਿਰ ਕਿਸੇ ਵਾਹਿਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰਨ ਦਾ ਉਦਮ ਤੇ ਉਸ ਉਦਮ ਦਾ ਉਤਸ਼ਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਇਸ ਸੰਦੇਸ਼ ਨੂੰ ਲੈ ਕੇ ਜਗਤ ਜਲੰਦੇ ਨੂੰ ਤਾਰਨ ਲਈ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸੀਸ ਪਰ ਬਿਰਾਜਮਾਨ ਕਰਵਾ ਕੇ ਲੈ ਤੁਰਿਆ। ਇਹੀ ਸ਼ੌਕ ਜਾਂ ਇੰਝ ਕਹਿ ਲਈਏ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਮਿਸ਼ਨ। ਇਸ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਛੱਟਾ ਪਹਿਲਾਂ ਹੀ ਦਿੱਤਾ ਸੀ। ਉਹ ਹੁਣ ਅੰਗੂਰੀ ਕੁਝ ਕਮਲਾਉਂਦੀ ਸੀ, ਜਿਸ ਨੂੰ ਹਰੀ ਭਰੀ ਕਰਨੇ ਨਿਮਿਤ ਸ੍ਰੀ ਗੁਰੂ ਜੀ ਤਿਆਰ ਹੋਏ। ਪੰਜਾਬ ਛੱਡਿਆ ਔਰ ਆਨੰਦ ਭਵਨ ਆਨੰਦਪੁਰ ਵੀ ਛੱਡਿਆ। ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਪੂਰਬ ਵੱਲ ਨੂੰ ਰੁਖ ਕਰਕੇ ਤੁਰ ਪਏ। ਥਾਂ ਥਾਂ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅੱਪੜ ਕੇ ਤੀਸਰੇ ਜਾਮੇ ਦੇ ਕੌਤਕ ਵਾਂਗੂ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਧਰਨ ਅਰਥ। ਸ੍ਰਿਸ਼ਟੀ ਨੂੰ ਤਾਰਦੇ ਭੈ ਭਰਮ ਵਿੱਚੋਂ ਕੱਢ ਕੇ ਸਤਨਾਮ ਦੇ ਪੁਲ ਪਰ ਚੜਾਉਂਦੇ ਹੋਏ ਜੀ ਦਾਨ, ਨਾਮਦਾਨ, ਵਿਸਾਹ ਦਾਨ, ਭਰੋਸਾ ਦਾਨ, ਸਿਦਕ ਦਾਨ, ਅੰਨ ਦਾਨ, ਬਸਤਰ ਦਾਨ, ਫਿਰ ਮਿੱਠੇ ਬਚਨਾਂ ਦਾ ਦਾਨ, ਪ੍ਰੇਮ ਦਾ ਦਾਨ, ਇਸ ਨੂੰ ਵੰਡਦੇ ਹੋਏ ਤ੍ਰਿਵੈਣੀ ਪਹੁੰਚ ਕੇ ਉਸ ਥਾਂ ਦੇ ਵਾਸੀਆਂ ਨੂੰ ਸੱਚੀ ਤ੍ਰਿਵੈਣੀ ਦਾ ਮਾਰਗ ਦੱਸਿਆ। ਕਬੀਰ ਗੰਗ ਜਮੁਨ ਕੇ ਅੰਤਰੇ, ਸਹਿਜ ਸੁਨ ਕੇ ਘਾਟ, ਤਹਾਂ ਕਬੀਰੈ ਮਠ ਕੀਆ, ਖੋਜਤ ਮੁਨ ਜਨ ਬਾਟ। ਅਨੇਕਾਂ ਤ੍ਰਿਵੈਣੀ ਨਦੀ ਵਿੱਚ ਫਸਿਆਂ ਨੂੰ ਕੱਢ ਕੇ ਇਸ ਸਹਿਜ ਪਦ ਦੀ ਤ੍ਰਿਵੈਣੀ ਵਿੱਚ ਪਹੁੰਚਾਇਆ ਤੇ ਭਾਰੀ ਪੁੰਨ ਦਾਨ ਕੀਤੇ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਇੱਥੋਂ ਚੱਲਦੇ ਹੋਏ ਆਪ ਜੀ ਪਟਨੇ ਸ਼ਹਿਰ ਪਹੁੰਚੇ। ਰਸਤੇ ਵਿੱਚ ਚਾਚੇ ਫੱਗੂ ਵਰਗੇ ਪਿਆਰੇ ਤੇ ਅਨੇਕਾਂ ਸਿਦਕੀ ਇਸ ਦੇਸ਼ ਵਿੱਚ ਵਸਦੇ ਸੇ। ਉਸ ਦੇਸ਼ ਨੂੰ ਕਿਰਤਾਰਥ ਕਰਦੇ ਹੋਏ ਪਟਨੇ ਤੱਕ ਪਹੁੰਚ ਗਏ। ਇਸ ਦੇਸ਼ ਨੇ ਅੱਗੇ ਇੱਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ, ਜਿਸ ਨੇ ਨੇਕੀ ਦੇ ਚਸ਼ਮੇ ਵੱਲੋਂ ਚੁੱਪ ਰੱਖ ਕੇ ਨਿਰੀ ਨੇਕੀ ਪ੍ਰਚਾਰੀ ਸੀ। ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ ਜੋ ਕਾਦਰ ਵਿਹੂਣੇ ਕੁਦਰਤ ਦੇ ਪ੍ਰੇਮੀਆਂ ਵਿੱਚ ਰਹਿੰਦੀ ਹੈ, ਉਹ ਪੂਰੀ ਹੋਵੇ। ਉਹ ਮਹਾਂਪੁਰਸ਼ ਮਹਾਤਮਾ ਬੁੱਧ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਵਿਖਿਆਤ ਹਨ। ਹੁਣ ਉਸ ਧਰਤੀ ਵਿੱਚ ਉਸਦੇ ਅਵਤਾਰ ਲੈਣਾ ਸੀ ਜੋ ਪੂਰਨ ਨੇਕੀ ਨੂੰ ਜਾਣਦਾ ਸੀ, ਪਰ ਜਿੱਥੋਂ ਨੇਕੀ ਨਿਕਲੀ ਹੈ ਉਸ ਦਾ ਵੀ ਪੱਕਾ ਸਿਆਣੋ ਸੀ, ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰੱਖਦਾ ਕਿ ਪਰਦੇ ਦੇ ਬਾਅਦ ਪਰਦਾ ਹੈ, ਸਗੋਂ ਜੋ ਇਹ ਕਹਿ ਸਕਦਾ ਸੀ ਕਿ ਆਦ ਪੁਰਖ ਅਵਗਤ ਅਬਨਾਸੀ, ਲੋਕ ਚਤੁਰਦਸ
जोत प्रगासी। जिसने हुक्म दा थौ ही नहीं लोकां नूं दसना, सगों हुक्म दे मालक करतार दा भी पूर्ण ज्ञान दे के ये दसना सी, फोकट धर्म विसार सबै, करतार ही को करता जी जान्यो। भाव सिद्ध सुभयं प्रसिद्ध सबै जग, एक ही ठौर अनेक बखानै, रे मन रंक कलंक बिनार, तैं कै कारण ते ना पछानै। हाँ, उस धरती नूं ये फखर मिलना सी कि संसार दा सब तो वड्डा अवतार, सब तो वड्डा मुक्तिदाता, सब तो वड्डा वीर, सब तो वड्डा सुतंत्र दाता, सब तो वड्डा संसार विच वटाऊ पैदा करने वाले गुरु अवतार, कवि, विद्वान, नीतिवेता, सेनापति, गृहस्थी, साधु, सिद्ध, त्यागी, उपदेशदाता, करनी ते कहनी दा सूरा इत्थे प्रगट होया है। इसे निमित्त प्रकाश दे पुंज श्री गुरु तेग बहादुर जी, तेग बहादुर सी क्रिया करी ना किन्हू आन, इस स्थल ते विराजमान हो गए सन। कुछ समा रह के परिवार नूं इत्थे छड्ड के आप आसाम चले गए सन। इत्थे संमत 1723 बिक्रमी दा भाग पो सुदी 7वें ये महीना आया। अगे भी 7 सदियां तो कई पो इस धरती विच आ रहे सन, पर जुल्म दा कक्कर सदा ही पैंदा रहा। और ये सती हुई भारत भूमि प्यारे दे प्रेम विच मानो इउं पुकारदी रही, पोख तुखार पड़े वन तिन रस सुख है, आवत की ना है मन तन वस है मुख है। मन तन रव रहा जग जीवन, गुर शब्दी रंग माणी, अंडज जेरज सेतज उत्पुज, घट घट जोत समाणी। दर्शन देहो दया पत दाते, गत पावो मत देहो, नानक रंग रवै रस रसिया, हरस्यों प्रीत स्नेहो। पर हुण किहो जिहा पो आया, दुख हरन वाला, प्यारे नूं संसार पर लै आउण वाला। इस पो दी महिमा इउं फाबरी है, पोख तुखार ना व्यापई, कंठ मिलिया हर ना हो, मन बेदया चरनार बिंद, दर्शन लगड़ा साहो, ओट गोविंद गोपाल राये, सेवा स्वामी लाहो। बिख्या पोहे न सकई, मिल साधु गुण गाहो, जह ते उपजी तह मिली, सच्ची प्रीत समाहो, कर गह लीने पार ब्रह्म, बहुड़ ना विछड़िया हो। बार जाऊं लख बेरिया, हर सज्जन अगम आगाहो, सरम पई नारायण है, नानक दर पया, पोख सुहंदा सर्ब सुख, जिस बख्शे वे परवाह। ऐसे प्यारे पोदा जिस विच बिख्या पोए न सकेदा, बानणों बन्नण वाला तेज शिवाय, हर राज महाराज और सर्व कला भरपूर प्रगट होया। एक दिहाड़ा आया जिस दिन सप्तमी तिथ से। इस भाग भरे दिन सवा पै रात रहिंदी सी। श्री गुरु तेग बहादुर धर्म दी चादर, धर्म धुरंतर पूर्ण गुर अवतार जी दे ग्रह, माता गुजरी जी दे सुलखणे ग्रह श्री कलगीधर जी, मीरी पीरी दे मालक श्री गुरु गोबिंद सिंह जी अवतार धारी होए। महापुरखों के अवतार धरती ते उदार निमित्त होया करते हैं। जद कदे पृथ्वी पर पाप अत हो जावे, तद आत्म सृष्टि विचों कोई उपकारी आउंदा है। पर ऐतकी तां पर उपकारियां दे सरताज आ गए और इक्को वारी आके चले नहीं गए, 10 जामे धारे। ये हुण 10वां जामा उसे ज्योति ने धारिया है। आत्म सृष्टि विच आत्म प्रकाश होए कुदरती बात से। शरीरक सृष्टि विच कोई राजा पातशाह
ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਹਨ। ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿੱਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸਤਿ ਆਤਮਾ ਦਿੰਦਾ ਹੈ। ਜਦ ਆਤਮ ਸ੍ਰਿਸ਼ਟੀ ਤੇ ਤੇਜਸਵੀ ਮਹਾਂਪੁਰਸ਼ ਆਏ ਤਾਂ ਆਤਮ ਕੌਤਕ ਪ੍ਰਗਟੇ, ਇਹ ਜ਼ਰੂਰੀ ਸੀ। ਤੇ ਆਤਮ ਰਸੀਆਂ ਇਸ ਦਾ ਅਸਰ ਕਬੂਲਿਆ, ਇਹ ਵੀ ਇੱਕ ਕੁਦਰਤੀ ਬਾਤ ਸੀ। ਸੋ ਉਸ ਵੇਲੇ ਇੱਕ ਤਪੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਔਰ ਉਸੇ ਸੇਧ ਤੇ ਪਟਨੇ ਪਹੁੰਚਾ। ਸ੍ਰੀ ਗੁਰੂ ਜੀ ਦੇ ਦੁਆਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ਼ ਗੁਜ਼ਾਰੀ। ਅੱਗੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ ਜੇ ਕੋ ਸੋਨੇ ਚਾਂਦੀ ਦੇ ਵਪਾਰੀ ਸਰਾਫ ਦੇ ਘਰ ਆਦਰ ਪਾਉਂਦੇ ਹਨ। ਦੈਵੀ ਬਾਲਕ ਨੂੰ ਕੁਛੜ ਲੈ ਕੇ ਦਾਈ ਆਈ ਤੇ ਸਾਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆਂ ਕਈ ਵੀਰ ਫਕੀਰਾਂ ਨੂੰ ਵੀ ਪੜਦੇ ਰਹਿੰਦੇ ਤੇ ਸੰਸੇ ਉੱਠਦੇ ਹਨ। ਹੁਣ ਫਕੀਰ ਸਾਈਂ ਦੇ ਜੀ ਵਿੱਚ ਵੀ ਸੰਸਾ ਉੱਠਿਆ। ਪ੍ਰੀਖਿਆ ਦਾ ਸ਼ੌਕ ਆਇਆ ਕਿ ਦੇਖੀਏ ਇਹ ਹਿੰਦੂ ਮਤ ਦੇ ਹੋਣਗੇ ਕਿ ਇਸਲਾਮ ਦੇ। ਉਹਨਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਕਿ ਜੇ ਦੁੱਧ ਡੋਲਣਗੇ ਤਦ ਮੁਸਲਮਾਨ, ਜੇ ਪਾਣੀ ਡੋਲਣਗੇ ਤਾਂ ਹਿੰਦੂ ਸਮਝਾਂਗੇ। 2 ਕੁੱਜੀਆਂ ਲੀਤੀਆਂ, ਇੱਕ ਵਿੱਚ ਦੁੱਧ, ਦੂਜੀ ਵਿੱਚ ਪਾਣੀ ਪਾ ਕੇ ਦੈਵੀ ਬਾਲਕ ਜੀ ਦੇ ਅੱਗੇ ਕੀਤਾ। ਪਰ ਇਹ ਕੀ, ਕੌਤਕਹਾਰ ਬਾਲਕ ਨੇ ਇੱਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ ਤਾਂ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁੱਲ ਕੇ ਰਲ ਮਿਲ ਕੇ ਇੱਕ ਹੋ ਗਏ। ਪ੍ਰਤੱਖ ਉਪਦੇਸ਼ ਦੇ ਦਿੱਤਾ ਕਿ ਤਵਸਵ ਦੀ ਕੁੱਜੀ ਜੋ ਮੁਸਲਮਾਨਾਂ ਦਾ ਪ੍ਰਤੀਕ ਹੈ ਔਰ ਵਰਨਾਸ਼ਰਮ ਦੇ ਹੱਠ ਦੀ ਕੁੱਜੀ ਹਿੰਦੂਆਂ ਦੀ ਤੋੜ ਕੇ ਜਲ ਦੁੱਧ ਨੂੰ ਇੱਕ ਖਾਲਸਾ ਕਰ ਦਿਆਂਗੇ। ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ। ਸ੍ਰੀ ਗੁਰਵਾਕ ਹੈ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣੋ ਆਪੇ ਖਵੈ ਦੁੱਧ ਕਉ ਖਬਰ ਨਾ ਦੇ। ਐਉਂ ਹਿੰਦੂ ਤੇ ਮੁਸਲਮਾਨ ਇੱਕ ਦੂਏ ਨਾਲ ਪਿਆਰ ਕਰਨ ਵਾਲੇ ਬਣਾਵਾਂਗੇ। ਦੁੱਧ ਅੱਗ ਤੇ ਧਰੋ ਤਾਂ ਪਾਣੀ ਸੜਦਾ ਹੈ, ਦੁੱਧ ਨੂੰ ਨਹੀਂ ਸੜਨ ਦਿੰਦਾ। ਦੁੱਧ ਆਪਣੇ ਪਿਆਰੇ ਦਾ ਦੁੱਖ ਵੇਖ ਕੇ ਉਛਲਦਾ ਹੈ, ਆਪ ਅੱਗ ਤੇ ਪੈ ਕੇ ਉਸ ਨੂੰ ਬੁਝਾ ਦਿੰਦਾ ਹੈ ਤੇ ਉਛਲਦੇ ਨੂੰ ਫਿਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁੜ ਜਾਂਦਾ ਹੈ। ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਅਵਤਾਰ ਦੋਹਾਂ ਨੂੰ ਨਿਮਰਤਾ ਦੀ ਧਰਤੀ ਤੇ ਪਾ ਕੇ ਪ੍ਰੇਮ ਨਾਲ ਗੁੰਨੇਗਾ। ਇਹ ਤੱਕ ਕਿ ਉਸ ਦਾ ਪ੍ਰੇਮ ਹੋਰ ਉਮ ਗਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ। ਫਿਰ ਫਕੀਰ ਆਪਣੇ ਹੋਰ ਵੀ ਧਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ। ਫਕੀਰ ਦੀ ਆਯੂ ਹੋ ਚੁੱਕੀ ਸੀ, ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲੀਤੇ ਔਰ ਕਿਸ ਤਰ੍ਹਾਂ ਅੰਮ੍ਰਿਤ ਸਾਜ ਕੇ ਸ੍ਰਿਸ਼ਟੀ ਮਾਤਰ ਨੂੰ ਜੋੜਨ ਲਈ ਮਾਨੋ ਜੋੜਵਾਂ ਮਸਾਲਾ ਤਿਆਰ ਕਰ ਦਿੱਤਾ। ਕਿਸ ਤਰ੍ਹਾਂ ਹਿੰਦੂ ਸਿੱਖ ਹੋ ਗਏ ਔਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰ ਕੇ ਆਪਣੇ ਸੁਪੁੱਤਰ ਭੇਟ ਕਰਕੇ ਕ੍ਰਿਤ ਹੋਏ। ਕਿਸ ਤਰ੍ਹਾਂ ਅੰਮ੍ਰਿਤ ਦਾ ਦਰਵਾਜ਼ਾ ਪ੍ਰਾਣੀ ਮਾਤਰ ਲਈ ਖੁੱਲ ਗਿਆ, ਕਿਸ ਤਰ੍ਹਾਂ ਦੇਸ਼ ਨੂੰ ਸੁਤੰਤਰਤਾ ਮਿਲੀ ਹੈ, ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ। ਇਹ ਗੁਰੂ ਪਿਆਰੇ ਭੀਖਣ ਸ਼ਾਹ ਪੰਜਾਬ ਦੀ ਧਰਤੀ ਸਡੌਰੇ ਤੋਂ ਚੱਲੇ, ਪਟਨੇ ਆ ਕੇ ਸ੍ਰੀ ਗੁਰੂ ਜੀ ਦੇ ਅਵਤਾਰੀ ਜਾਮੇ ਦੇ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਕਿਰਤਾਰਥ ਕੀਤਾ। ਇਧਰ ਮੇਰੇ ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਆਪਣੀ ਲੀਲਾ, ਆਪਣੇ ਚੋਜ ਦੁਨੀਆ ਦੇ ਬਾਲਕਾਂ ਨਾਲੋਂ ਵੱਖਰੀ ਦੁਨੀਆ ਦੇ ਸਾਹਮਣੇ ਪ੍ਰਗਟਾਉਣ ਲੱਗੇ ਹਨ।